ਤੇ ਜੇ ਉਹ ਕੁੜੀਆਂ ਨੇ ਤੇ ਉਹ ਲਾਕਡਾਊਨ ਤੇ ਨੌ ਮੇਰੀਆਂ ਉਹ ਘਰ ਬੈਠੀਆਂ ਨੇ, ਬੁੜੀਆਂ ਬਾਹਰ ਕੰਮ ਨਹੀਂ ਕਰਾਉਂਦੀਆਂ ਤੇ ਲਾਕਡਾਊਨ में ਬੱਚਾ ਘਰ ਹੀ ਰੋ ਮਰ ਜਾਗੇ ਸੀਦਾ। ਮੁੰਡਾ ਪੜ੍ਹਦਾ ਪੁੱਤਰ ਮੇਰਾ ਤੇ ਉਹਦੇ ਸਵੇਰੇ ਉਹਨਾਂ ਕੱਲ 6000 ਰੁਪਇਆ ਮੰਗਿਆ ਤੇ ਨਹੀਂ ਹੈਗਾ ਤੇ ਉਹਨਾਂ ਸਾਡੇ ਮੁੰਡੇ ਨੂੰ ਵੀ ਹਟਾ ਦਿੱਤਾ। अस्सलाम वालेकुम नाज़रीन, मैं हूं आपका मेज़बान अब्दुल रहमान। हदफ टीवी में आज की स्टोरी के साथ आप सब लोगों की खिदमत में हाजिर हैं। मेरे साथ मौजूद हैं 70 साला मोहम्मद अमीन, जो पिछले 30 साल से साइकिल के ऊपर तोड़े बेच रहे हैं, लोगों के घरों का पेंट कर रहे हैं और जो भी मेहनत मजदूरी करने के लिए इनको काम मिले ये उसको कर लेते हैं। ये अपने 10 बच्चों की परवरिश खुद इस उम्र में कर रहे हैं। धूप हो, तूफान हो, बारिश हो, बीमार हो, लेकिन ये सुबह सवेरे अपने घर से निकलते हैं और रात को मजदूरी कर कर अपने घर जाते हैं और अपने बीवी बच्चों का पेट पालते हैं। आइए इनकी मोटिवेशनल स्टोरी सुनते हैं इन्हीं की जुबानी। जी मोहम्मद अमीन साहब, 70 ਸਾਲ ਮੇਰੀ ਉਮਰ ਹੈ ਤੇ ਮਜ਼ਦੂਰੀ ਕਰਕੇ ਬੱਚਿਆਂ ਨੂੰ ਲਿਆ ਤੇ ਖਵਾਈ ਦੀ ਹੈ। 10-12 ਸਾਲ ਹੋ ਗਏ ਨੇ, ਕੋਈ ਕਿਸੇ ਇਮਦਾਦ ਨਹੀਂ ਕੀਤੀ। ਜਿੱਦਣ ਦਾ ਇਹ ਆਇਆ ਨਹੀਂ ਕਾਰੋ ਨਹੀਂ ਬਾਹਰ ਨਹੀਂ ਲਾਣੀ ਨਹੀਂ ਦੇਣੀ, ਵਿਹਲੇ ਭੌਂਕਦੇ ਟੁੱਟ ਜਾਂਦੇ ਪਿਆ ਵਿਹਲੇ, ਕੋਈ ਸ਼ੈ ਨਹੀਂ, ਗੋਲੀਆਂ ਜੋਗੇ ਪੈਸੇ ਨਹੀਂ ਹੈਗੇ ਤੇ ਬੜੇ ਮਜਬੂਰ ਆ ਅਸੀਂ, ਬਹੁਤ ਮਜਬੂਰ। ਕਿ 10 ਤੁਹਾਡੇ ਬੱਚੇ ਨੇ ਮਾਸ਼ਾਅੱਲਾ, ਤੇ ਤੁਹਾਡੀ ਕੋਈ ਮਦਦ ਨਹੀਂ ਕਰਦਾ? ਉਹ ਤੁਹਾਨੂੰ ਐ ਨਹੀਂ? ਕੌਣ ਬੱਚੇ? ਹਾਂਜੀ, ਬੱਚੇ ਫੈਕਟਰੀਆਂ ਤੋਂ ਘਰ ਬੈਠੇ ਨੇ ਵਿਚਾਰੇ, ਕੰਮ ਕਾਰ ਦੋ ਤੇ 3 ਵੱਖਰੇ ਨੇ, 2 ਮੇਰੇ ਨਾਲ ਨੇ, ਗੱਪ ਨਹੀਂ ਮਾਰਨਾ। ਉਹ ਵਿਚਾਰੇ ਫੈਕਟਰੀਆਂ ਤੋਂ ਘਰ ਬੈਠੇ ਨੇ, ਆ ਕੱਪੜੇ ਵਾਲੀ ਫੈਕਟਰੀਆਂ 'ਚ ਲੱਗੇ ਨੇ ਕੰਮ ਕਾਰ ਤੇ 3-4 ਮਹੀਨਿਆਂ ਦੀਆਂ ਵਿਹਲੇ ਬੈਠੇ ਨੇ ਵਿਚਾਰੇ। ਤੇ ਜੇ ਉਹ ਕੁੜੀਆਂ ਨੇ ਤੇ ਉਹ ਲਾਕਡਾਊਨ ਤੇ ਨੌ ਮੇਰੀਆਂ ਉਹ ਘਰ ਬੈਠੀਆਂ ਨੇ, ਬੁੜੀਆਂ ਬਾਹਰ ਕੰਮ ਨਹੀਂ ਕਰਾਉਂਦੀਆਂ ਤੇ ਲਾਕਡਾਊਨ में ਬੱਚਾ ਘਰ ਹੀ ਰੋ ਮਰ ਜਾਗੇ ਸੀਦਾ। ਕਿਹੜੇ ਪਾਸੇ ਜਾਈਏ ਜੀ? ਬਾਅਦ 200-300 ਰੁਪਇਆ ਮਸੇ ਬਚਦਾ, ਬਚ ਕਿੱਥੋਂ ਜਾਂਦੇ ਨੇ ਵੀ ਇਹ ਤੋੜੇ ਇਹਨੇ ਕੋਈ ਲੱਭਦੇ ਨੇ। ਗੋਡਾ ਪੀੜ ਕਰਦਾ, ਬੁੱਢਾ ਬੰਦਾ ਟੁਰਿਆ ਜਾਂਦਾ ਨਹੀਂ। ਵੇਖ ਤੂੰ ਆ ਵੇਖ ਆਪਣਾ ਮੇਰੇ ਮਨ ਪੁੱਤਰ ਵੀ ਗੋਡੇ ਵਾਦੇ ਟੁਰਿਆ ਨਹੀਂ ਜਾਂਦਾ। ਅੱਛਾ, ਤੇ ਤੁਸੀਂ ਜਿਸ ਤਰ੍ਹਾਂ ਮੈਂ ਕੰਮ ਕਰ ਰਹੇ ਹੁੰਦੇ ਹੋ, ਤੋੜੇ ਖਰੀਦ ਰਹੇ ਹੁੰਦੇ ਹੋ, ਤੋੜੇ ਵੇਚ ਰਹੇ ਹੁੰਦੇ ਹੋ, ਤੇ ਬਾਰਿਸ਼ ਆਈ ਹੈ, ਬਿਮਾਰ ਹੋ ਜਾਓ ਰਸਤੇ ਦੇ ਵਿੱਚ, ਤੇ ਉਹਦਾ ਅੱਲਾ ਵਾਰ ਮੁੜ ਬੈਠੇ ਤੇ ਮੁੜ ਵੀ ਨਹੀਂ ਕਰੇ। ਆਪਾਂ ਤਾਂ ਕਦੇ ਨਹੀਂ ਬੈਠੇ ਜੀ, ਮਾਰੀ ਦੀ ਮਜਬੂਰੀ ਹੈ ਬੱਚਿਆਂ ਦੀ, ਕੀ ਕਰੀਏ। ਮੁੰਡਾ ਪੜ੍ਹਦਾ ਪੁੱਤਰ ਮੇਰਾ ਤੇ ਉਹਦੇ ਸਵੇਰੇ ਉਹਨਾਂ ਕੱਲ 6000 ਰੁਪਇਆ ਮੰਗਿਆ ਤੇ ਨਹੀਂ ਹੈਗਾ ਤੇ ਉਹਨਾਂ ਸਾਡੇ ਮੁੰਡੇ ਨੂੰ ਵੀ ਹਟਾ ਦਿੱਤਾ। ਸਹੀ ਕਹਿ ਰਿਹਾ ਮੈਂ ਤੈਨੂੰ, 6000 ਰੁਪਇਆ ਫੀਸ ਉਹਨਾਂ ਮੰਗੀ ਹੈ ਤੇ ਮੈਂ ਵੀ ਨਹੀਂ ਸਾਡੇ ਕੋਲ ਹੈਗਾ, ਉਹਦੇ ਜਿਹੜਾ ਹੈਗਾ ਤੇ ਉਹਨਾਂ ਹਟਾ ਦਿੱਤਾ ਪਿਆ। ਹਕੂਮਤ ਨੂੰ ਕੀ ਕਹਿਣਾ ਚਾਹੋਗੇ? ਗਰੀਬਾਂ ਦਾ ਵਜ਼ੀਰ ਆਜ਼ਮ ਹੈ, ਗਰੀਬਾਂ ਦਾ ਵਜ਼ੀਰ ਆਲਾ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਨੇ ਵੀ ਨਵਾਜ਼ ਸ਼ਰੀਫ ਕੇ ਚੰਗੇ ਸਨ, ਸਹੀ ਸੋਲਾ ਨੇ ਗੱਲ ਹੈ। ਕਿਸੇ ਦੀ ਲੱਤ ਟੁੱਟੀ ਤੇ ਤਾਂ ਉਹ ਆਪਣੇ ਨੇ, ਸਹੀ ਮੈਂ ਆਖਾਂ ਦਾ ਗਿਲਾ ਨਹੀਂ ਕਰਦੇ। ਜੇ ਕਿਸੇ ਬੰਦੇ ਨੂੰ ਕੁਝ ਹੋਇਆ ਤੇ ਤਾਂ ਉਹ ਆਪਣੇ ਨੇ। ਸਾਡੇ ਬਾਗੜੀਆਂ ਦੇ ਵਿੱਚ 2 ਕੁੜੀਆਂ ਦਾ ਬੁਰਾ ਕੰਮ ਹੋਇਆ, ਬੰਦਾ ਕੀਤਾ ਨਿੱਕੇ ਨਿੱਕਿਆਂ ਦਾ, ਅੱਲਾ ਜਾਣੇ ਦੋਵੇਂ ਭਰਾ ਠੱਕ ਵੱਜੇ ਨੇ। ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਗਰੀਬਾਂ ਦੀ ਮਦਦ ਕਰੇ ਤੇ ਅੱਲਾ ਪਾਕ ਇਹਨੂੰ ਹਦਾਇਤ ਦੇਵੇ, ਜੇ ਰਵੇ ਤੇ ਦਵਾਨੀ ਚਵਾਨੀ ਦੀ ਸ਼ੈ ਕਰ ਦੇਵੇ, ਮਿਹਰਬਾਨੀ ਇਹਨਾਂ ਦੀ। जी व्यूअर्स, तो आपने मोहम्मद अमीन की दुख भरी कहानी सुनी। ये सुबह सवेरे घर से निकलते हैं और रात को मेहनत मजदूरी करके घर पहुंच जाते हैं। 10 बच्चों की कफालत करते हैं, बच्चे बेरोज़गार हैं और बेटियां लॉकडाउन के बायस मज़ीद काम नहीं कर पाई। पोते इनके जो हैं वो स्कूल नहीं जा रहे क्योंकि इनके पास फ़ीस नहीं है। अगर आप चाहते हैं कि आप मोहम्मद अमीन के बाजू बने, इनकी मदद करें, तो आप टेलीविज़न स्क्रीन पर या अपने मोबाइल स्क्रीन पर इनका नंबर देख सकते हैं। आप इनके साथ रब्ता कर सकते हैं, इनको जैज़ कैश करवा सकते हैं या डायरेक्टली इनको कॉल करके इनकी मदद कर सकते हैं। अगर आपके इर्द गिर्द भी कोई ऐसी स्टोरी है या आप चाहते हैं कि आपकी आवाज़ पहुँचे आवाम की अदालत में, तो हमसे रब्ता कीजिए, हम पहुँचाएंगे सच जिम्मेदारी के साथ। मुझे दीजिए इजाज़त, अल्लाह हाफिज़।